सो डियर स्टूडेंट्स, अपने लास्ट लेक्चर ਦੇ ਵਿੱਚ ਅਸੀਂ ਡਿਸਕਸ ਕੀਤਾ ਅਬਾਊਟ ਇੰਟਰੋਡਕਸ਼ਨ ਆਫ ਮੇਨਟੇਨੈਂਸ ਮੈਨੇਜਮੈਂਟ। ਸੋ ਅੱਜ ਅਸੀਂ ਡਿਸਕਸ ਕਰਾਂਗੇ ਕਿ ਮੇਨਟੇਨੈਂਸ ਦੀ ਇੰਪੋਰਟੈਂਸ ਕੀ ਹੈ ਕਿਸੇ ਵੀ ਇੰਡਸਟਰੀ ਦੇ ਵਿੱਚ। ਸੋ ਟਾਕਿੰਗ ਅਬਾਊਟ ਇੰਪੋਰਟੈਂਸ ਆਫ ਮੇਨਟੇਨੈਂਸ, ਸਭ ਤੋਂ ਪਹਿਲਾ ਜਿਹੜਾ ਪੁਆਇੰਟ ਆਂਦਾ ਹੈ ਦੈਟ ਇਜ਼ ਗਰੋਥ ਕੰਪੀਟੀਸ਼ਨ। ਅੱਜ ਦੀ ਜੋ ਏਜ ਹੈ ਉਹ ਹੈ ਕੰਪੀਟੀਸ਼ਨ ਦੀ। ਇੰਡਸਟਰੀਜ਼ ਐਡਵਾਂਸ ਪ੍ਰੋਡਕਸ਼ਨ ਟੈਕਨੋਲੋਜੀਜ਼ ਨੂੰ ਯੂਜ਼ ਕਰ ਰਹੀਆਂ ਨੇ ਤਾਂ ਕਿ ਵਧੀਆ ਤੋਂ ਵਧੀਆ ਕੁਆਲਿਟੀ ਦੇ ਪ੍ਰੋਡਕਟਸ ਐਂਡ ਸਟੈਂਡਰਡਸ ਨੂੰ ਅਚੀਵ ਕਰ ਸਕਣ। ਕਸਟਮਰ ਨੂੰ ਮਾਰਕੀਟ ਦਾ ਕਿੰਗ ਮੰਨਿਆ ਜਾਂਦਾ ਹੈ। ਸੋ ਕਿੰਗ ਕਿਉਂ? ਉਹੀ ਹੈ ਜਿਹੜਾ ਪ੍ਰੋਡਕਟ ਨੂੰ ਖਰੀਦਦਾ ਹੈ। ਸੋ ਕਸਟਮਰ ਦੀ ਰਿਕੁਆਇਰਮੈਂਟ ਨੂੰ ਫੁਲਫਿਲ ਕਰਨ ਦੇ ਲਈ ਨਵੇਂ ਪ੍ਰੋਡਕਟਸ ਬਣਾਉਣ ਦੇ ਲਈ ਨਵੀਆਂ ਟੈਕਨੀਕਸ ਐਂਡ ਪ੍ਰੋਸੈਸ ਮੈਥਡਸ ਦੀ ਲੋੜ ਪੈਂਦੀ ਹੈ। ਸੋ ਇਸੇ ਤਰ੍ਹਾਂ ਐਡਵਾਂਸ ਮੈਨੂਫੈਕਚਰਿੰਗ ਸਿਸਟਮ ਦੀ ਰਿਕੁਆਇਰਮੈਂਟ ਦੇ ਲਈ ਹਾਈ ਲੈਵਲ ਮੇਨਟੇਨੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ ਐਂਡ ਬਹੁਤ ਇੰਪੋਰਟੈਂਟ ਹੈ। ਸੋ ਨੈਕਸਟ ਜਿਹੜਾ ਪੁਆਇੰਟ ਹੈ that is costly and complicated equipment। ਜਿਹੜਾ ਕੁਆਲਿਟੀ ਪ੍ਰੋਡਕਟ ਹੈ ਉਹਨੂੰ ਬਣਾਉਣ ਦੇ ਲਈ ਹਾਈ ਪ੍ਰੈਸੀਜਨ ਐਂਡ ਕੋਸਟਲੀ ਮਸ਼ੀਨਸ ਦੀ ਰਿਕੁਆਇਰਮੈਂਟ ਹੁੰਦੀ ਹੈ। ਸੋ ਇਹ ਮਸ਼ੀਨਸ ਨੂੰ ਹੈਵੀ ਇਨਵੈਸਟਮੈਂਟ ਦੀ ਲੋੜ ਹੈ। ਇਸ ਚੀਜ਼ ਨੂੰ ਅਵੋਇਡ ਕਰਨ ਦੇ ਲਈ ਫॉर ਰਿਪਲੇਸਮੈਂਟ ਪਰਪਸ ਮੇਨਟੇਨੈਂਸ ਦਾ ਬਹੁਤ ਜ਼ਰੂਰੀ ਹੁੰਦਾ ਹੈ ਉਸ ਜਗ੍ਹਾ। ਸੋ ਮੇਨਟੇਨੈਂਸ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਰਿਪਲੇਸਮੈਂਟ ਨੂੰ ਅਵੋਇਡ ਕਰ ਸਕਦੇ ਹਾਂ ਅਗਰ ਅਸੀਂ ਟਾਈਮ ਟੂ ਟਾਈਮ ਮੇਨਟੇਨੈਂਸ ਕਰ ਸਕੀਏ। ਨੈਕਸਟ ਜਿਹੜੀ ਪੁਆਇੰਟ ਹੈ ਦੈਟ ਇਜ਼ ਟਾਈਪ ਆਫ ਇੰਡਸਟਰੀ। ਕਾਫੀ ਸਾਰੀਆਂ ਇੰਡਸਟਰੀਜ਼ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਲਾਈਕ ਕੈਮੀਕਲ ਇੰਡਸਟਰੀ, ਇਲੈਕਟ੍ਰੀਕਲ ਐਂਡ ਸੋ ਔਨ। ਕਾਫੀ ਸਾਰੀਆਂ ਇੰਡਸਟਰੀਜ਼ ਨੇ। ਸੋ ਜਿਹੜਾ ਮੇਨਟੇਨੈਂਸ ਦਾ ਜਿਹੜਾ ਸਿਸਟਮ ਹੈ ਉਹ ਹਰ ਜਗ੍ਹਾ ਯੂਨੀਵਰਸਲ ਨਹੀਂ ਹੋ ਸਕਦਾ। ਹਰ ਇੱਕ ਮਸ਼ੀਨਰੀ ਨੂੰ ਇਹ ਨਹੀਂ ਹੈ ਵੀ ਇੱਕ ਸਟੈਂਡਰਡ ਯੂਨੀਵਰਸਲ ਸਿਸਟਮ ਹੈ ਮੇਨਟੇਨੈਂਸ ਦਾ, ਵੀ ਇਹਨੂੰ ਆਪਾਂ ਗਰੀਸਿੰਗ ਕਰਨੀ ਹੈ, ਇਹਨੂੰ ਆਪਾਂ ਆਇਲਿੰਗ ਕਰਨੀ ਹੈ। ਹਰ ਜਗ੍ਹਾ ਮਸ਼ੀਨਰੀ ਅਲੱਗ ਹੈ ਔਰ ਉਸ ਜਗ੍ਹਾ ਦੇ ਹਿਸਾਬ ਦੇ ਨਾਲ ਅਸੀਂ ਕੀ ਕਰਦੇ ਹਾਂ, ਉਹਦੀ ਮੇਨਟੇਨੈਂਸ ਵੀ ਠੀਕ ਕਰਦੇ ਹਾਂ। ਫੋਰ ਐਗਜ਼ਾਮਪਲ ਘਰਾਂ ਦੇ ਵਿੱਚ ਇਨਵਰਟਰ ਲੱਗੇ ਆ ਸਾਰਿਆਂ ਦੇ। ਸੋ ਉਹ ਜਿਹੜੀ ਇਨਵਰਟਰ ਦੀ ਜਿਹੜੀ ਬੈਟਰੀ ਹੈ ਉਹਦੀ ਮੇਨਟੇਨੈਂਸ ਆਪਾਂ ਕਿੱਦਾਂ ਕਰ ਸਕਦੇ ਹਾਂ? ਜਾਂ ਤਾਂ ਟਰਮੀਨਲਸ ਨੇ ਜਿਹੜੇ ਉਹਨਾਂ ਦੇ ਉੱਪਰ ਕਾਰਬਨ ਨਾ ਜੰਮੇ ਐਂਡ ਜਿਹੜਾ ਪਾਣੀ ਦਾ ਲੈਵਲ ਆ ਉਹ ਚੈੱਕ ਕਰਕੇ। ਸੋ ਹਰ ਜਗ੍ਹਾ ਇਹੀ ਸਟੈਂਡਰਡ ਸਿਸਟਮ ਨਹੀਂ ਚੱਲ ਸਕਦਾ ਕਿਉਂਕਿ ਕਈ ਜਗ੍ਹਾ ਮਸ਼ੀਨਰੀ ਕੰਮ ਕਰਦੀ ਹੈ, ਮਕੈਨਿਜ਼ਮਸ ਕੰਮ ਕਰਦੇ ਆ। ਸੋ ਉਸ ਜਗ੍ਹਾ ਜਿਹੜਾ ਮੇਨਟੇਨੈਂਸ ਦਾ ਸਾਰਾ ਦਾ ਸਾਰਾ ਸਿਨੈਰੀਓ ਹੈ ਉਹ ਚੇਂਜ ਹੋ ਜਾਂਦਾ ਹੈ। ਸੋ ਇਸ ਲਈ ਮੇਨਟੇਨੈਂਸ ਹੈ ਜਿਹੜੀ ਇੱਕ ਕੰਪਲੀਕੇਟਡ ਚੀਜ਼ ਹੈ ਜਿਹੜੀ ਆਪਾਂ ਯੂਨੀਵਰਸਲੀ ਹਰ ਜਗ੍ਹਾ ਅਪਲਾਈ ਨਹੀਂ ਕਰ ਸਕਦੇ। ਨੈਕਸਟ ਇਜ਼ ਟੋਟਲ ਮੇਨਟੇਨੈਂਸ ਕਾਸਟ। ਸੋ ਨੈਕਸਟ ਇਜ਼ ਕੰਪਲੀਟ ਪ੍ਰੋਡਕਸ਼ਨ ਟਾਰਗੇਟਸ। ਸੋ ਜਿਹੜੇ ਪ੍ਰੋਡਕਸ਼ਨ ਦੇ ਟਾਰਗੇਟਸ ਨੇ ਉਹਨਾਂ ਨੂੰ ਕੰਪਲੀਟ ਕਰਨ ਦੇ ਲਈ ਮੇਨਟੇਨੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂ? ਅਗਰ ਮੇਨਟੇਨੈਂਸ ਨਹੀਂ ਹੋਏਗੀ ਤਾਂ ਮਸ਼ੀਨਰੀ ਹੈ ਕਦੀ ਵੀ ਖਰਾਬ ਹੋ ਸਕਦੀ ਹੈ। ਸੋ ਖਰਾਬ ਹੋਣ ਤੋਂ ਬਾਅਦ ਮਸ਼ੀਨਰੀ ਕਿੰਨੀ ਦੇਰ ਤੱਕ ਰੁਕੀ ਰਹਿੰਦੀ ਹੈ ਉਹ ਐਜ਼ ਏ ਲਾਸ ਨਿਕਲ ਕੇ ਆਉਂਦਾ ਹੈ ਕਿਸੇ ਵੀ ਇੰਡਸਟਰੀ ਦੇ ਲਈ। ਸੋ ਨੈਕਸਟ ਇਜ਼ ਟੋਟਲ ਮੇਨਟੇਨੈਂਸ ਕਾਸਟ। ਜਿਹੜੀ ਮੇਨਟੇਨੈਂਸ ਦੀ ਕਾਸਟ ਹੈ ਉਹ ਵੀ ਮੇਨਟੇਨੈਂਸ ਦੇ ਵਿੱਚ ਘੱਟ ਹੋਣੀ ਚਾਹੀਦੀ ਹੈ। ਅਗਰ ਉਹ ਮੇਨਟੇਨੈਂਸ ਦੀ ਕੋਸਟ ਇੰਨੀ ਜ਼ਿਆਦਾ ਹੈ ਤਾਂ ਇੰਡਸਟਰੀ ਨੂੰ ਲਾਸ ਵੀ ਹੋ ਸਕਦਾ ਹੈ। ਸੋ ਜਿਹੜੀ ਮੇਨਟੇਨੈਂਸ ਕੋਸਟ ਹੈ ਉਹ ਹਮੇਸ਼ਾ ਘੱਟ ਹੀ ਆਉਣੀ ਚਾਹੀਦੀ ਹੈ ਮੇਨਟੇਨੈਂਸ ਦੇ ਲਈ। ਨੈਕਸਟ ਇਜ਼ ਕੁਆਲਿਟੀ ਕੌਨਸ਼ੀਅਸਨੈਸ। ਕੁਆਲਿਟੀ ਪ੍ਰੋਡਕਟ ਨੂੰ ਅਚੀਵ ਕਰਨ ਦੇ ਲਈ ਟਾਈਮ ਟੂ ਟਾਈਮ ਮਸ਼ੀਨਰੀ ਦਾ ਮੇਨਟੇਨ ਹੋਣਾ ਬਹੁਤ ਜ਼ਰੂਰੀ ਹੈ। ਜਿੱਦਾਂ ਕਿ ਤੁਹਾਨੂੰ ਮੈਂ ਲਾਸਟ ਲੈਕਚਰ 'ਚ ਵੀ ਡੇਲੀ ਮੈਟਰੋ ਦੀ ਐਗਜ਼ਾਮਪਲ ਦਿੱਤੀ ਸੀ। ਡੇਲੀ ਮੈਟਰੋ ਜਦੋਂ ਸਟਾਰਟ ਹੋਈ ਐਂਡ ਡੇਲੀ ਮੈਟਰੋ ਅੱਜ ਜੋ ਕੰਡੀਸ਼ਨ ਹੈ ਉਹ ਬਿਲਕੁਲ ਆਲਮੋਸਟ ਨਿਊ ਕੰਡੀਸ਼ਨ ਦੇ ਵਿੱਚ ਹੀ ਹੈ। ਉਹਦਾ ਰੀਜ਼ਨ ਕੀ ਹੈ? ਰੀਜ਼ਨ ਇਹੀ ਹੈ ਕਿ ਉਹਦੀ ਜਿਹੜੀ ਮੇਨਟੇਨੈਂਸ ਹੈ ਇੰਨੇ ਪ੍ਰੋਪਰ ਲੈਵਲ ਦੇ ਨਾਲ ਹੋ ਰਹੀ ਹੈ ਕਿ ਟ੍ਰੇਨ ਦੇ ਇਕਵਿਪਮੈਂਟਸ, ਟ੍ਰੇਨ ਦੀਆਂ ਸੀਟਸ, ਈਵਨ ਉਹਦਾ 에ਅਰ ਕੰਡੀਸ਼ਨਿੰਗ ਸਿਸਟਮ ਸਾਰਾ ਕੁਝ ਵੈਲ ਮੇਨਟੇਨ ਐਂਡ ਪ੍ਰੋਪਰ ਵੇ ਦੇ ਨਾਲ ਕੰਮ ਕਰ ਰਿਹਾ। ਕਿਉਂ? ਸਿਰਫ ਔਰ ਸਿਰਫ ਮੇਨਟੇਨੈਂਸ ਦੀ ਵਜ੍ਹਾ ਦੇ ਨਾਲ ਇੰਨੀ ਜ਼ਿਆਦਾ ਅੱਛੀ ਕੁਆਲਿਟੀ ਮਿਲ ਰਹੀ ਹੈ। ਸੇਫਟੀ ਕਿਉਂ ਜ਼ਰੂਰੀ ਹੈ? ਅਗਰ ਅਸੀਂ ਮਸ਼ੀਨਰੀ ਦੀ ਮੇਨਟੇਨੈਂਸ ਨਹੀਂ ਕਰਦੇ ਹਾਂ ਤਾਂ ਮਸ਼ੀਨਰੀ ਜਦੋਂ ਫੇਲ ਹੁੰਦੀ ਹੈ, ਫੇਲੀਅਰ ਦੇ ਵਿੱਚ ਮਸ਼ੀਨ ਦਾ ਕੋਈ ਪਾਰਟ
ਜਿਹੜਾ ਆ ਉਹ ਵਰਕਰ ਨੂੰ ਹਾਰਮ ਕਰ ਸਕਦਾ ਆ। ਸੋ ਇਸ ਲਈ ਸੇਫਟੀ ਦੇ ਲਈ ਜਿਹੜੀ ਆ ਮੇਨਟੇਨੈਂਸ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਫੰਕਸ਼ਨਸ ਆਫ ਮੇਨਟੇਨੈਂਸ ਡਿਪਾਰਟਮੈਂਟ। ਜਿਹੜਾ ਮੇਨਟੇਨੈਂਸ ਡਿਪਾਰਟਮੈਂਟ ਹੈ ਉਹਦਾ ਮੇਨਲੀ ਕੰਮ ਕੀ ਹੁੰਦਾ ਹੈ? ਸਭ ਤੋਂ ਪਹਿਲਾ ਫੰਕਸ਼ਨ ਹੈ ਜੀ ਪਲੈਨਿੰਗ ਮੇਨਟੇਨੈਂਸ ਵਰਕ ਔਨ ਏ ਲੌਂਗ ਟਰਮ ਬੇਸਿਸ। ਮੇਨਟੇਨੈਂਸ ਵਰਕ ਨੂੰ ਪਲਾਨ ਕਰਨਾ ਤਾਂ ਕਿ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਵੀ ਕੋਈ ਇਫੈਕਟ ਨਾ ਹੋ ਸਕੇ। ਸਟੋਰਿੰਗ ਦੀ ਮੇਨਟੇਨੈਂਸ ਮਟੀਰੀਅਲ, ਜਿਹੜਾ ਮੇਨਟੇਨੈਂਸ ਦਾ ਮਟੀਰੀਅਲ ਹੈ ਉਹਨੂੰ ਸਟੋਰ ਕਰਕੇ ਰੱਖਣਾ ਤਾਂ ਕਿ ਜਦੋਂ ਸਾਨੂੰ ਲੋੜ ਪਵੇ ਅਸੀਂ ਉਸ ਚੀਜ਼ ਨੂੰ ਯੂਜ਼ ਕਰ ਸਕੀਏ। ਡਿਸਾਈਡਿੰਗ ਦੀ ਇੰਸਪੈਕਸ਼ਨ ਮੈਥਡਸ ਐਂਡ ਰੂਟੀਨ। ਸੋ ਇੰਸਪੈਕਸ਼ਨ ਮੈਥਡ ਨੂੰ ਡਿਸਾਈਡ ਕਰਨਾ ਕੀ ਹੋਣਾ ਚਾਹੀਦਾ, ਆਪਣੀ ਡੇਲੀ ਰੂਟੀਨ ਵੀ ਡਿਸਾਈਡ ਕਰਨਾ। ਕੀਪਿੰਗ ਦੀ ਮੇਨਟੇਨੈਂਸ ਰਿਕਾਰਡਸ, ਰਿਕਾਰਡ ਨੂੰ ਮੇਨਟੇਨ ਕਰਨਾ ਐਂਡ ਕੀਪ ਰੱਖਣਾ ਕਿਉਂ ਜ਼ਰੂਰੀ ਹੈ? ਕਿਉਂਕਿ ਅਸੀਂ ਮੇਨਟੇਨੈਂਸ ਰਿਕਾਰਡ ਨੂੰ ਆਪਣੇ ਕੋਲ ਰੱਖ ਕੇ ਇੱਕ ਅੱਛੀ ਮਸ਼ੀਨਰੀ ਹੈ ਜਿਹੜੀ, ਇੱਕ ਅੱਛੀ ਮਸ਼ੀਨਰੀ ਨੂੰ ਚਲਾ ਸਕਦੇ ਹਾਂ ਕਾਫੀ ਦੇਰ ਤੱਕ ਐਂਡ ਪ੍ਰੈਡਿਕਟ ਵੀ ਕਰ ਸਕਦੇ ਹਾਂ ਵੀ ਕਿਹੜੀ ਮਸ਼ੀਨ ਹੈ ਜਿਹੜੀ ਖਰਾਬ ਹੋ ਸਕਦੀ ਹੈ ਐਂਡ ਉਹਨੂੰ ਟਾਈਮਲੀ ਆਪਾਂ ਰਿਪਲੇਸ ਕਰ ਦੇਣਾ ਹੈ। ਰਿਡਿਊਸਿੰਗ ਦੀ ਪ੍ਰੋਡਕਸ਼ਨ ਕੋਸਟ, ਪ੍ਰੋਡਕਸ਼ਨ ਕੋਸਟ ਜਿਹੜੀ ਆ ਉਹਨੂੰ ਰਿਡਿਊਸ ਕਰਨਾ ਵੀ ਮੇਨਟੇਨੈਂਸ ਡਿਪਾਰਟਮੈਂਟ ਦਾ ਹੀ ਕੰਮ ਹੈ। ਮੇਨਟੇਨੈਂਸ ਡਿਪਾਰਟਮੈਂਟ ਪ੍ਰੋਡਕਸ਼ਨ ਕੋਸਟ ਨੂੰ ਕਿੱਦਾਂ ਘਟਾਉਂਦਾ ਹੈ? ਮੰਨ ਲਓ ਇੱਕ ਮਸ਼ੀਨਰੀ ਪਾਰਟਸ ਨੂੰ ਪ੍ਰੋਡਿਊਸ ਕਰ ਰਹੀ ਹੈ, ਇੱਕ ਦਿਨ ਦੇ ਵਿੱਚ 10,000 ਪਾਰਟਸ ਪ੍ਰੋਡਿਊਸ ਕਰਦੀ ਹੈ। ਸੋ ਇੱਕ ਦਿਨ ਦੇ ਵਿੱਚ ਮਸ਼ੀਨਰੀ ਹੈ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ 2 ਘੰਟੇ ਤੱਕ ਮਸ਼ੀਨਰੀ ਚੱਲਦੀ ਨਹੀਂ। ਸੋ ਉਹਦਾ ਅਲਟੀਮੇਟਲੀ ਜਿਹੜਾ ਇਫੈਕਟ ਆ ਉਹ ਪ੍ਰੋਡਕਸ਼ਨ ਤੇ ਵੀ ਪਏਗਾ। ਸੋ ਹੁਣ ਉਸ ਜਗ੍ਹਾ ਮੇਨਟੇਨੈਂਸ ਡਿਪਾਰਟਮੈਂਟ ਦਾ ਕੰਮ ਹੈ ਕਿ ਘੱਟ ਤੋਂ ਘੱਟ ਟਾਈਮ ਦੇ ਵਿੱਚ ਉਸ ਮਸ਼ੀਨਰੀ ਨੂੰ ਕਿੱਦਾਂ ਦੁਬਾਰਾ ਵਰਕਿੰਗ ਕੰਡੀਸ਼ਨ ਦੇ ਵਿੱਚ ਲਿਆ ਸਕੇ ਤਾਂ ਕਿ ਜਿਹੜੀ ਪ੍ਰੋਡਕਸ਼ਨ ਕੋਸਟ ਹੈ ਉਹਦੇ ਤੇ ਜ਼ਿਆਦਾ ਇਫੈਕਟ ਨਾ ਪਵੇ। ਐਮਰਜੈਂਸੀ ਰਿਪੇਅਰਿੰਗ, ਐਮਰਜੈਂਸੀ ਰਿਪੇਅਰਿੰਗ ਦੇ ਵਿੱਚ ਆਪਾਂ ਕੀ ਕਰਦੇ ਆ, ਔਨ ਦੀ ਸਪੋਟ ਸਾਨੂੰ ਲੋੜ ਪੈ ਜਾਂਦੀ ਹੈ ਕੋਈ ਰਿਪੇਅਰ ਵਰਕ ਕਰਨ ਦੀ। ਸੋ ਉਸ ਜਗ੍ਹਾ ਸਾਨੂੰ ਜਿਹੜਾ ਆ ਮੇਨਟੇਨੈਂਸ ਡਿਪਾਰਟਮੈਂਟ ਐਕਸ਼ਨ ਲੈਂਦਾ ਆ। ਨੈਕਸਟ ਇਜ਼ ਰਿਪਲੇਸਿੰਗ ਆਫ ਸਪੇਅਰ ਪਾਰਟਸ। ਸਪੇਅਰ ਪਾਰਟਸ ਨੂੰ ਰਿਪਲੇਸ ਕਰਨਾ ਵੀ ਮੇਨਟੇਨੈਂਸ ਡਿਪਾਰਟਮੈਂਟ ਦਾ ਹੀ ਕੰਮ ਮੰਨਿਆ ਜਾਂਦਾ ਹੈ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਟਾਈਪਸ ਆਫ ਮੇਨਟੇਨੈਂਸ। ਸਾਡੇ ਕੋਲ 4 ਤਰ੍ਹਾਂ ਦੀਆਂ ਮੇਨਟੇਨੈਂਸ ਹੁੰਦੀਆਂ ਨੇ। ਫਸਟ ਇਜ਼ ਕਰੈਕਟਿਵ ਮੇਨਟੇਨੈਂਸ, ਸੈਕੰਡ ਇਜ਼ ਸ਼ੈਡਿਊਲਡ, ਥਰਡ ਇਜ਼ ਪ੍ਰੈਡਿਕਟਿਵ ਐਂਡ ਫੋਰਥ ਇਜ਼ ਪ੍ਰੀਵੈਂਟਿਵ ਮੇਨਟੇਨੈਂਸ। ਸੋ ਜਿਹੜੀ ਫਸਟ ਹੈ ਦੈਟ ਇਜ਼ ਕਰੈਕਟਿਵ ਮੇਨਟੇਨੈਂਸ। ਇਹਨੂੰ ਅਸੀਂ ਬ੍ਰੇਕਡਾਊਨ ਮੇਨਟੇਨੈਂਸ ਵੀ ਕਹਿੰਦੇ ਹਾਂ। ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਕੋਈ ਇਕਵਿਪਮੈਂਟ ਕੰਪਲੀਟਲੀ ਕੰਮ ਕਰਨਾ ਬੰਦ ਕਰ ਦੇਵੇ ਜਾਂ ਮਸ਼ੀਨਰੀ ਆ ਉਸ ਟਾਈਮ ਤੇ ਰੁਕ ਜਾਵੇ, ਉਦੋਂ ਅਸੀਂ ਕਰੈਕਟਿਵ ਮੇਨਟੇਨੈਂਸ ਯੂਜ਼ ਕਰਦੇ ਹਾਂ। ਪ੍ਰੋਡਕਸ਼ਨ ਡਿਪਾਰਟਮੈਂਟ ਹੈ ਜਿਹੜਾ ਮੇਨਟੇਨੈਂਸ ਡਿਪਾਰਟਮੈਂਟ ਨੂੰ ਕਾਲ ਕਰਦਾ ਹੈ ਐਂਡ ਦੈਨ ਜਿਹੜਾ ਨੈਸੈਸਰੀ ਐਕਸ਼ਨ ਲੈਣਾ ਹੈ ਉਹ ਮੇਨਟੇਨੈਂਸ ਡਿਪਾਰਟਮੈਂਟ ਉਹਦੇ ਰਿਗਾਰਡਿੰਗ ਲੈਂਦਾ ਹੈ। ਐਡਵਾਂਟੇਜਸ ਕੀ ਨੇ ਕਰੈਕਟਿਵ ਮੇਨਟੇਨੈਂਸ ਦੀਆਂ? ਲਿਟਲ ਐਡਮਿਨਿਸਟ੍ਰੇਟਿਵ ਵਰਕ, ਜ਼ਿਆਦਾ ਐਡਮਿਨਿਸਟ੍ਰੇਟਿਵ ਕੰਮ ਦੀ ਲੋੜ ਨਹੀਂ ਪੈਂਦੀ। ਰਿਕਾਰਡਸ ਵੀ ਇੰਨੇ ਜ਼ਿਆਦਾ ਨਹੀਂ ਮੇਨਟੇਨ ਕਰਨੇ ਪੈਂਦੇ। ਛੋਟੇ ਸਟਾਫ ਦੀ ਸਟਰੈਂਥ ਦੇ ਨਾਲ ਹੀ ਇਹ ਮੇਨਟੇਨੈਂਸ ਪੂਰੀ ਹੋ ਸਕਦੀ ਹੈ। ਡਿਸਐਡਵਾਂਟੇਜ ਕੀ ਨੇ? ਡਿਲੇ ਇਨ ਪ੍ਰੋਡਕਸ਼ਨ, ਰਿਡਿਊਸਿੰਗ ਆਊਟਪੁੱਟ ਐਂਡ ਲਾਸ ਆਫ ਪ੍ਰੋਫਿਟ। ਜੇ ਕੋਈ ਮਸ਼ੀਨਰੀ ਜ਼ਿਆਦਾ ਦੇਰ ਤੱਕ ਕੰਮ ਕਰਨਾ ਬੰਦ ਕਰੇਗੀ, ਬ੍ਰੇਕਡਾਊਨ ਦੇ ਵਿੱਚ ਮੈਕਸਿਮਮ ਜਿਹੜਾ ਟਾਈਮ ਆ ਉਹ ਵੇਸਟ ਹੁੰਦਾ ਆ। ਇਸ ਲਈ ਜਿਹੜਾ ਪ੍ਰੋਫਿਟ ਕਮਾਣਾ ਹੈ ਕੰਪਨੀ ਨੇ ਉਸ ਪ੍ਰੋਫਿਟ ਦੇ ਵਿੱਚ ਵੀ ਉਹਨੂੰ ਥੋੜਾ ਲਾਸ ਹੁੰਦਾ ਹੈ। ਸੋ ਨੈਕਸਟ ਮੇਨਟੇਨੈਂਸ ਹੈ ਸ਼ਡਿਊਲ ਮੇਨਟੇਨੈਂਸ। ਇਹਦਾ ਮਤਲਬ ਹੈ ਇੰਸਪੈਕਟ ਕਰਨਾ ਇਕਵਿਪਮੈਂਟ ਨੂੰ ਐਂਡ ਮਸ਼ੀਨਰੀ ਨੂੰ ਵਿਦ ਅ ਪੀਰੀਅਡ ਆਫ ਟਾਈਮ ਐਂਡ ਉਹਦੇ ਨਾਲ ਕੀ ਆ ਆਪਾਂ ਉਹਦੀ ਮੇਨਟੇਨੈਂਸ ਕਰਦੇ ਹਾਂ। ਸਾਨੂੰ ਜਿੱਦਾਂ ਆਪਾਂ ਅਸੀਂ ਆਪਣੀ ਬਾਈਕ ਦੀ ਜਾਂ ਕਾਰ ਦੀ ਸਰਵਿਸ ਕਰਵਾਉਂਦੇ ਹਾਂ। ਸੋ ਜਿਹੜੇ ਸਰਵਿਸ ਐਡਵਾਈਜ਼ਰ ਆ ਉਹ ਨੈਕਸਟ ਸਰਵਿਸ ਲਈ ਤੁਹਾਨੂੰ ਦੱਸ ਦਿੰਦੇ ਆ ਵੀ ਇੰਨੇ ਕਿਲੋਮੀਟਰ ਤੋਂ ਬਾਅਦ ਜਿਹੜਾ ਤੁਹਾਡਾ ਬਾਈਕ ਹੈ ਜਾਂ ਕਾਰ ਹੈ ਉਹ ਸਰਵਿਸ ਹੋਏਗੀ। ਸੋ ਇਸ ਤਰ੍ਹਾਂ ਦੀ ਮੇਨਟੇਨੈਂਸ ਨੂੰ ਆਪਾਂ ਕਹਿੰਦੇ ਹਾਂ ਸ਼ਡਿਊਲਡ ਮੇਨਟੇਨੈਂਸ। ਐਡਵਾਂਟੇਜ ਕੀ ਨੇ? ਇਹ ਟਾਈਮ ਸੇਵ ਕਰਦਾ ਆ, ਠੀਕ ਹੈ ਜੀ। ਇਹਦੀ ਮੇਨਟੇਨੈਂਸ ਹੈ ਜਿਹੜੀ ਉਹ ਸਸਤੀ ਹੁੰਦੀ ਆ। ਬ੍ਰੇਕਡਾਊਨ ਦੇ ਚਾਂਸਿਸ ਘਟਾ ਦਿੰਦਾ ਆ। ਬੈਟਰ ਸੇਫਟੀ ਪ੍ਰੋਵਾਈਡ ਕਰਦਾ ਆ। ਇਕਵਿਪਮੈਂਟ ਐਂਡ ਟੂਲਸ ਦੇ ਡੈਮੇਜ ਨੂੰ ਵੀ ਸੇਵ ਕਰਦਾ ਆ। ਉਸ ਤੋਂ ਬਾਅਦ ਅਗਲੀ ਟਾਈਪ ਆਉਂਦੀ ਹੈ ਜੀ ਪ੍ਰੈਡਿਕਟਿਵ ਮੇਨਟੇਨੈਂਸ। ਇਹਦੇ ਵਿੱਚ ਕੰਡੀਸ਼ਨ ਆਫ ਮਸ਼ੀਨਰੀ ਹੈ ਜੋ ਉਸ ਨੂੰ ਅਸੀਂ ਮੋਨੀਟਰ ਕਰਦੇ ਹਾਂ ਇਨ ਆਰਡਰ ਟੂ ਯੂਜ਼ ਦਾ ਮਸ਼ੀਨਰੀ ਅਪ ਟੂ ਲਿਮਿਟਸ ਆਫ देयर ਸਰਵਿਸ ਲਾਈਫ। ਮਸ਼ੀਨਰੀ ਨੂੰ ਆਪਾਂ ਮੋਨੀਟਰ ਕਰਨਾ ਹੈ। ਮੋਨੀਟਰ ਕਰਨ ਦੀ ਸਾਨੂੰ ਬੈਨੀਫਿਟ ਕੀ ਮਿਲਦੀ ਹੈ ਕਿ ਅਸੀਂ ਪ੍ਰੋਡਿਕਟ ਕਰ ਪਾਉਂਦੇ ਹਾਂ ਵੀ ਇਹ ਮਸ਼ੀਨਰੀ ਕਦੋਂ ਤੱਕ ਕੰਮ ਕਰੇਗੀ, ਠੀਕ ਹੈ ਜੀ। ਸੋ ਇਹ ਹੈ ਪ੍ਰੈਡਿਕਟਿਵ ਮੇਨਟੇਨੈਂਸ।
इस मेंटेनेंस की हैल्प के नाल ਅਸੀਂ टाइम ਤੇ एक्शन ਲੈ ਸਕਦੇ ਹਾਂ ਜਿੱਦਾਂ कि मशीन 'ਚ कोई एडजस्टमेंट करनी है या फिर रिपेयर करनी है या फिर रिप्लेसमेंट करनी है ਉਹ ਅਸੀਂ ਕੀ ਕਹਿੰਦੇ ਆ ਪ੍ਰੈਡਿਕਟਿਵ ਮੇਨਟੇਨੈਂਸ ਦੇ ਨਾਲ ਅਸੀਂ ਉਹ ਚੀਜ਼ ਕਰ ਸਕਦੇ ਹਾਂ। ਨੈਕਸਟ ਇਜ਼ ਪ੍ਰੀਵੈਂਟਿਵ ਮੇਨਟੇਨੈਂਸ। ਇਹ ਮੇਨਟੇਨੈਂਸ ਸਭ ਤੋਂ ਪਪੂਲਰ ਹੈ, ਇਹਨੂੰ ਅਸੀਂ ਪਲੈਨਡ ਮੇਨਟੇਨੈਂਸ ਵੀ ਕਹਿੰਦੇ ਹਾਂ। ਇਹ ਬੇਸਡ ਹੈ ਔਨ ਪੋਲਿਸੀ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਇਹ ਡੇਲੀ ਮੇਨਟੇਨੈਂਸ ਹੈ ਜਿੱਦਾਂ ਕਿ ਕਲੀਨਿੰਗ ਕਰਨਾ, ਇਨਸਪੈਕਸ਼ਨ ਕਰਨਾ, ਆਇਲਿੰਗ ਕਰਨਾ। ਸੋ ਇਹਦੇ ਵਿੱਚ ਅਸੀਂ ਨੈਸੈਸਰੀ ਐਕਸ਼ਨ ਲੈਂਦੇ ਹਾਂ ਬਿਫੋਰ ਅਕਰੈਂਸ ਆਫ ਫੇਲੀਅਰਸ। ਇਹ ਮੇਨਟੇਨੈਂਸ ਜਿਹੜੀ ਆ ਫਰਦਰ ਦੋ ਟਾਈਪਸ ਦੀ ਹੁੰਦੀ ਹੈ। ਫਸਟ ਇਜ਼ ਰਨਿੰਗ ਮੇਨਟੇਨੈਂਸ। ਰਨਿੰਗ ਮੀਨਸ ਜਦੋਂ ਪਲਾਂਟ ਆਲਰੇਡੀ ਇਨ ਸਰਵਿਸ ਹੈ, ਮਸ਼ੀਨਰੀ ਆਲਰੇਡੀ ਰਨ ਕਰ ਰਹੀ ਹੈ, ਇਸ ਕੰਡੀਸ਼ਨ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਲੂਬਰੀਕੇਟਿੰਗ ਕਰ ਸਕਦੇ ਹਾਂ, ਆਇਲਿੰਗ ਕਰ ਸਕਦੇ ਹਾਂ, ਗ੍ਰੀਸਿੰਗ ਕਰ ਸਕਦੇ ਹਾਂ, ਕਲੀਨਿੰਗ ਵੀ ਕਰ ਸਕਦੇ ਹਾਂ। ਸੋ ਇਹਨੂੰ ਅਸੀਂ ਕਹਿੰਦੇ ਰਨਿੰਗ ਮੇਨਟੇਨੈਂਸ। ਨੈਕਸਟ ਇਜ਼ ਸ਼ਟ ਡਾਊਨ ਮੇਨਟੇਨੈਂਸ। ਇਹਨੂੰ ਅਸੀਂ ਯੂਜ਼ ਕਰਦੇ ਹਾਂ ਜਦੋਂ ਪਲਾਂਟ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਟਾਈਮ ਤੇ ਮਸ਼ੀਨਸ ਰਿਪਲੇਸ ਜਾਂ ਫਿਰ ਰਿਪੇਅਰ ਕੀਤੀਆਂ ਜਾਂਦੀਆਂ ਨੇ ਬੇਸਡ ਔਨ देयर ਕਰੰਟ ਵਰਕਿੰਗ ਕੰਡੀਸ਼ਨਸ। ਉਸ ਤੋਂ ਬਾਅਦ ਆਉਂਦੇ ਜੀ ਆਬਜੈਕਟਿਵਸ ਆਫ ਪ੍ਰੀਵੈਂਟਿਵ ਮੇਨਟੇਨੈਂਸ। ਸਭ ਤੋਂ ਪਹਿਲਾ ਆਬਜੈਕਟਿਵ ਹੈ ਟੂ ਮਿਨੀਮਾਈਜ਼ ਦੀ ਪੋਸਿਬਿਲਿਟੀ ਆਫ ਬ੍ਰੇਕਡਾਊਨ। ਬ੍ਰੇਕਡਾਊਨ ਦੀ ਪੋਸਿਬਿਲਿਟੀ ਨੂੰ ਮਿਨੀਮਾਈਜ਼ ਕਰਨਾ। To make plant machinery always available and ready to use, to achieve maximum production in minimum cost, to ensure the safety of workers, to increase the production efficiency, to keep all the machines in good working conditions. So students, ਇਹ ਸੀ ਤੁਹਾਡਾ ਅੱਜ ਦਾ ਟੌਪਿਕ ਜਿਹਦੇ ਵਿੱਚ ਅਸੀਂ ਟਾਈਪਸ ਆਫ ਮੇਨਟੇਨੈਂਸ ਨੂੰ ਸਟੱਡੀ ਕੀਤਾ। So thank you.